ਇੱਕ ਸੀਗਾ ਕਿ ਜਿਵੇਂ ਤੁਸੀਂ ਦੱਸਿਆ ਕਿ ਪੰਛੀਆਂ ਨੂੰ ਹੈ ਨਾ ਵੀ ਮੈਂ ਉੱਡਦੇ ਦੇਖਣਾ ਤਾਂ 에ਅਰਕ੍ਰਾਫਟਸ ਨੂੰ ਵੀ ਜਾਂਦੇ ਦੇਖਣਾ, ਉਸ ਚੀਜ਼ ਦਾ ਇੰਟਰਸਟ ਪਿਆ ਕਿ ਪਾਇਲਟ ਹੀ ਬਣਨਾ। ਲੜਕੀਆਂ ਦੀ ਡਰਾਈਵਿੰਗ ਤੋਂ ਡਰਦੇ ਆ ਲੋਕ, ਥੋੜਾ ਜਿਹਾ ਬਹੁਤਾ ਵਿਸ਼ਵਾਸ ਨਹੀਂ ਕਰਦੇ ਹੈਗੇ। ਤਾਂ ਜਦੋਂ ਤੁਸੀਂ ਦੱਸਦੇ ਹੋ ਲੋਕਾਂ ਨੂੰ ਵੀ ਮੈਂ ਪਾਇਲਟ ਹਾਂ ਜਾਂ ਤੁਹਾਡੇ ਬਾਰੇ ਪਤਾ ਲੱਗਦਾ ਤਾਂ ਫਿਰ ਕਿਸ ਤਰ੍ਹਾਂ ਦੇ ਸਵਾਲ ਹੁੰਦੇ? ਮੈਂ ਐਕਚੁਅਲੀ ਕਾਕਪਿਟ ਤੋਂ ਬਾਹਰ ਖੜੀ ਸੀਗੀ, ਐਕਚੁਅਲੀ ਮੈਂ ਵਾਟਰ ਵਗੈਰਾ ਪੀ ਰਹੀ ਸੀਗੀ, ਤਾਂ ਉੱਥੇ ਇੱਕ ਪੈਸੇਂਜਰ ਆਏ, ਉਹ ਕਹਿੰਦੇ ਅੱਛਾ ਯਾਰ ਕੁੜੀ ਜਹਾਜ਼ ਚਲਾਊਗੀ। ਮਤਲਬ ਉੱਥੇ ਵੀ ਥੋੜੀ ਹੈਰਾਨੀ ਹੁੰਦੀ ਵਿੱਚ ਕੁੜੀ ਜਹਾਜ਼ ਚਲਾ ਕੇ ਖਾਸ ਇੱਛਾ ਹੈਗੀ ਕਿਸੇ ਖਾਸ ਜਗ੍ਹਾ ਤੇ ਜਾਣ ਦੀ ਵੀ ਧੀ ਜਹਾਜ਼ ਉਡਾਵੇ ਜੇ ਤੁਸੀਂ ਬੈਠ ਕੇ ਜਾਓ? ਸਾਨੂੰ ਆਪ ਹੀ ਲੈ ਕੇ ਜਾਊ ਜੀ ਇਹ। ਫਿਰ ਕਿੱਥੇ ਸੋਚਿਆ, ਫਿਰ ਕਿੱਥੇ ਲੈ ਕੇ ਜਾਣਾ? ਮੈਂ ਤਾਂ ਚਾਹੁੰਦੀ ਪਹਿਲਾਂ ਮੇਰੇ ਨਾਲ ਬੈਂਗਲੌਰ ਚੱਲਣ, ਸੋ ਦਿੱਲੀ ਤੋਂ ਫਲਾਈਟ ਮੈਂ ਆਪਰੇਟ ਕਰਾਂ ਦਿੱਲੀ ਤੋਂ ਬੈਂਗਲੌਰ। ਕਿੰਨਾ ਤੁਸੀਂ ਐਕਸਪੈਂਡੀਚਰ ਕਰ ਚੁੱਕੇ ਹੋ ਕੁੱਲ ਇਸ 'ਤੇ? ਨੀਅਰ ਅਬਾਊਟ 1 ਕਰੋੜ ਆਪਣਾ ਇਨਵੈਸਟਮੈਂਟ ਹੋ ਚੁੱਕੀ ਆ। ਇਸ ਪ੍ਰੋਫੈਸ਼ਨ ਦੇ ਵਿੱਚ ਆਪਾਂ ਇਕੱਲੀ ਇਹ ਗੱਲ ਨਹੀਂ ਕਹਿ ਸਕਦੇ, ਬੱਚੇ ਦੀ ਸਿਰਫ ਔਰ ਸਿਰਫ ਮਿਹਨਤ ਹੀ ਚਾਹੀਦੀ ਆ। ਮਿਹਨਤ ਦੇ ਨਾਲ ਇਹ ਇਹੋ ਜਿਹਾ ਪ੍ਰੋਫੈਸ਼ਨ ਹੈ ਕਿ ਪੈਸਾ ਵੀ ਚਾਹੀਦਾ ਹੈਗਾ। ਤੁਹਾਨੂੰ ਹੁਣ ਲਾਇਸੈਂਸ ਇਸ਼ੂ ਹੋਇਆ ਹੈਗਾ, ਉਹ ਤੁਹਾਨੂੰ ਡੋਮੈਸਟਿਕ ਫਲਾਈਟਸ ਲਈ ਹੋਇਆ ਜਾਂ ਇੰਟਰਨੈਸ਼ਨਲੀ ਵੀ ਤੁਸੀਂ ਫਲਾਈਂਗ ਕਰ ਸਕਦੇ? ਨਹੀਂ, ਜੋ ਲਾਇਸੈਂਸ ਦੇ ਬੇਸਿਸ 'ਤੇ ਦੇਖੋ, ਲਾਇਸੈਂਸ ਜਿਹੜਾ ਹੁੰਦਾ ਉਹਦੇ ਵਿੱਚ ਜਸਟ ਰੇਟਿੰਗ ਹੁੰਦੀ ਹੈ, ਤੁਸੀਂ ਕਿਹੜਾ ਏਅਰਕ੍ਰਾਫਟ ਫਲਾਈ ਕਰ ਸਕਦੇ ਹੋ। ਉਹਦਾ ਬਾਹਰ ਲਾਈਕ ਅਪ ਐਂਡ ਡਾਊਨ ਉਹ ਰਿਲੇਟਿਡ ਹੁੰਦਾ ਕੰਪਨੀ। ਤੁਹਾਡੀ ਕੰਪਨੀ ਅਗਰ ਫੋਰਨ 'ਚ ਲਾਈਕ ਫੋਰਨ ਕੰਟਰੀਜ਼ ਕਰ ਰਹੀ ਆ ਤਾਂ ਤੁਸੀਂ ਵੀ ਕਰੋਗੇ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਰੋਜ਼ਾਨਾ ਸਪੋਕਸਮੈਨ ਟੀਵੀ ਤੇ। ਮੈਂ ਹਾਂ ਤੁਹਾਡੇ ਨਾਲ ਆਕਾਂक्षा। ਅੱਜ ਕਹਾਣੀ ਤੁਹਾਨੂੰ ਮਾਲਵਾ ਦੇ ਬਠਿੰਡਾ ਜ਼ਿਲ੍ਹੇ ਦੇ ਇੱਕ ਧੀ ਦੀ, ਮਾਣਮੱਤੀ ਧੀ ਦੀ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੇ ਬਚਪਨ ਦੇ ਵਿੱਚ ਆਸਮਾਨ ਦੇ ਵਿੱਚ ਉੱਡਦੇ ਹੋਏ ਪੰਛੀਆਂ ਨੂੰ ਵੇਖ ਕੇ ਮਿੱਥਿਆ ਸੀਗਾ ਕਿ ਉਹ ਵੀ ਇਸ ਤਰ੍ਹਾਂ ਉਡਾਰੀ ਲਾਉਣਗੇ ਅਸਮਾਨਾਂ ਤੇ। ਸਾਡੇ ਨਾਲ ਲਵਪ੍ਰੀਤ ਕੌਰ ਨੇ, ਜੋ ਕਿ ਬਠਿੰਡਾ ਦੇ ਸੀਵੀਆਂ ਪਿੰਡ ਤੋਂ ਸੰਬੰਧਿਤ ਨੇ, ਸੀਵੀਆਂ ਦੇ ਰਹਿਣ ਵਾਲੇ ਨੇ। ਪੂਰਾ ਪਰਿਵਾਰ ਹੀ ਸਾਡੇ ਨਾਲ ਮੌਜੂਦ ਹੈ ਔਰ ਇਹਨਾਂ ਨੇ ਹਾਲ ਹੀ ਦੇ ਵਿੱਚ ਪੂਰੇ ਜ਼ਿਲ੍ਹੇ ਦਾ ਜਿਹੜਾ ਮਾਣ ਹੈ ਉਹ ਵਧਾਇਆ ਹੈ। ਲਵਪ੍ਰੀਤ ਇੱਕ ਪਾਇਲਟ ਨੇ ਬਾਈ ਪ੍ਰੋਫੈਸ਼ਨ ਔਰ ਮਹਿਜ਼ 26 ਸਾਲ ਦੀ ਉਮਰ ਦੇ ਵਿੱਚ ਇਸ ਲੜਕੀ ਨੇ ਪੂਰੇ ਪੰਜਾਬ ਦੇ ਵਿੱਚ, ਪੂਰੇ ਦੇਸ਼ ਦੇ ਵਿੱਚ ਪੰਜਾਬ ਦਾ ਨਾਮ ਜਿਹੜਾ ਹੈਗਾ ਉਹ ਉੱਚਾ ਕੀਤਾ ਔਰ ਆਪਣੇ ਪੇਰੈਂਟਸ ਦਾ ਵੀ ਮਾਣ ਵਧਾਇਆ ਔਰ ਇਹ ਵੀ ਸਾਬਿਤ ਕਰਤਾ ਕਿ ਜਿਹੜੀਆਂ ਲੜਕੀਆਂ ਨੇ ਉਹ ਕਿਸੇ ਵੀ ਕੰਮ ਦੇ ਵਿੱਚ ਮਰਦਾਂ ਤੋਂ ਘੱਟ ਨਹੀਂ ਹੈ। ਸਵਾਗਤ ਹੈ ਲਵਪ੍ਰੀਤ ਤੁਹਾਡਾ। ਥੈਂਕ ਯੂ ਦੀਦੀ। ਕੀ ਹਾਲ ਹੈ, ਠੀਕ ਹੋ? ਹਾਂਜੀ, ਬਹੁਤ ਵਧੀਆ। ਤੁਸੀਂ ਕਿਵੇਂ ਹੋ? ਹਾਂਜੀ ਮੈਂ ਠੀਕ ਹੈ। ਸਵਾਗਤ ਹੈ ਅੰਕਲ ਤੁਹਾਡਾ। ਥੈਂਕ ਯੂ, ਧੰਨਵਾਦ ਜੀ। ਵੈਲਕਮ ਜੀ। ਹਾਂ ਠੀਕ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਾਰਾ ਪਰਿਵਾਰ ਸਾਡੇ ਨਾਲ ਮੌਜੂਦ ਹੈ, ਲਵਪ੍ਰੀਤ ਦੇ ਪੇਰੈਂਟਸ ਔਰ ਉਹਨਾਂ ਦੇ ਭਾਬੀ ਜੀ ਸਾਡੇ ਨਾਲ ਨੇ। ਗੱਲਬਾਤ ਕਰਾਂਗੇ। ਤੁਹਾਡਾ ਜਿਹੜਾ ਪਿੰਡ ਹੈ ਸੀਵੀਆਂ, ਮੈਨੂੰ ਲੱਗਦਾ ਹੈ ਕਈਆਂ ਨੂੰ ਤਾਂ ਨਾਂ ਵੀ ਨਹੀਂ ਪਤਾ ਹੋਣਾ ਕਿ ਬਠਿੰਡੇ ਦੇ ਵਿੱਚ ਇਹ ਪਿੰਡ ਹੈ। ਤੇ ਇੱਥੋਂ ਦੀ ਜੇ ਗੱਲ ਕਰੀਏ ਤਾਂ ਲੋਕ ਜਿਹੜੇ ਨੇ ਕੋਈ ਬਹੁਤੇ ਅਵੇਅਰ ਨਹੀਂ ਹੈ ਨਾ ਐਵੀਏਸ਼ਨ ਕੋਰਸ ਬਾਰੇ। ਤਾਂ ਤੁਹਾਡੇ ਕਿਸ ਤਰ੍ਹਾਂ ਜ਼ਿਹਨ ਦੇ ਵਿੱਚ ਆਇਆ ਕਿ ਤੁਸੀਂ ਇੱਕ ਪਾਇਲਟ ਬਣਨਾ ਹੈ? ਕਿਉਂਕਿ ਜਿੱਥੋਂ ਤੱਕ ਮੈਂ ਜਾਣਦੀ ਹਾਂ ਕਿ ਤੁਹਾਡੇ ਪਰਿਵਾਰ 'ਚ ਕੀ ਦੂਰ ਦੂਰ ਤੱਕ ਵੀ ਕਿਤੇ ਰਿਸ਼ਤੇਦਾਰੀ ਦੇ ਵਿੱਚ ਕੋਈ ਪਾਇਲਟ ਨਹੀਂ ਹੈ ਹੁਣ ਤੱਕ। ਹਾਂਜੀ, ਇਹ ਤਾਂ ਹੈਗਾ ਕਿ ਦੂਰ ਦੂਰ ਰਿਲੇਟਿਵਸ 'ਚ ਵੀ ਕੋਈ ਪਾਇਲਟ ਨਹੀਂ ਹੈਗਾ। ਇੱਕ ਸੀਗਾ ਕਿ ਜਿਵੇਂ ਤੁਸੀਂ ਦੱਸਿਆ ਕਿ ਪੰਛੀਆਂ ਨੂੰ ਹੈ ਨਾ ਵੀ ਮੈਂ ਉੱਡਦੇ ਦੇਖਣਾ ਤਾਂ ਏਅਰਕ੍ਰਾਫਟਸ ਨੂੰ ਵੀ ਜਾਂਦੇ ਦੇਖਣਾ, ਉਸ ਚੀਜ਼ ਦਾ ਇੰਟਰਸਟ ਪਿਆ ਕਿ ਪਾਇਲਟ ਹੀ ਬਣਨਾ। ਉਦੋਂ ਮੈਂ ਮਿੱਥ ਲਿਆ ਸੀ ਪਾਇਲਟ ਬਣਨਾ, ਬਟ ਨੌਲੇਜ ਵੀ ਨਹੀਂ ਸੀ ਕਿੱਦਾਂ ਐਂਟਰ ਕਰਨਾ, ਕੀ ਪ੍ਰੋਸੈਸ ਹੈ। ਬਟ ਮੇਰਾ ਮੰਨਣਾ ਹੈ ਕਿ ਜਦ ਤੁਸੀਂ ਕੋਈ ਚੀਜ਼ ਠਾਣ ਲੈਂਦੇ ਹੋ, ਮਤਲਬ ਥੋੜਾ ਇੱਕ ਫਾਈਨਲ ਲਾਈਕ ਮੇਰਾ ਸੀ 20% ਕੰਮ ਡਨ ਹੋ ਗਿਆ ਸੀ ਕਿ ਮੈਂ ਇਹ ਸੋਚ ਰੱਖਿਆ ਸੀ ਬਣਨਾ ਕਿਆ। ਹੁਣ ਕਿਵੇਂ ਬਣੋ 80% ਉਹ ਜਰਨੀ ਥੋੜੀ ਡਿਫਰੈਂਟ ਹੈ। ਸੋ ਬੈਕਗਰਾਉਂਡ, ਫੈਮਿਲੀ ਬੈਕਗਰਾਉਂਡ, ਫਾਰਮਰ ਤੁਸੀਂ ਫੈਮਿਲੀ ਤੋਂ ਹੋ। ਤੇ ਜਦੋਂ ਤੁਸੀਂ ਪਰਿਵਾਰ ਦੇ ਵਿੱਚ ਗੱਲ ਕੀਤੀ, ਕਦੋਂ ਤੁਸੀਂ ਇਹ ਗੱਲ ਇਹਨਾਂ ਦੇ ਨਾਲ ਡਿਸਕਲੋਜ਼ ਕਰ ਲਈ ਸੀ ਕਿ ਤੁਸੀਂ ਪਾਇਲਟ ਬਣਨਾ ਚਾਹੁੰਦੇ ਹੋ? ਕਿੰਨੇ ਸਾਲ ਦੇ ਸੀ ਉਦੋਂ? ਨਹੀਂ, ਮੈਂ ਮਤਲਬ 5th 6th ਸਟੈਂਡਰਡ 'ਚ ਹੋਊਂਗੀ। ਸੇ ਜਦੋਂ ਮੈਂ ਕਹਿਣਾ ਸਟਾਰਟ ਕਰਤਾ ਸੀ ਮੈਂ ਪਾਇਲਟ ਬਣਨਾ ਹੈਗਾ, ਉਦੋਂ ਤਾਂ ਜਦੋਂ ਫੈਮਿਲੀ ਵੀ ਹੁੰਦੀ ਚਲੋ ਠੀਕ ਹੈ, ਜਦੋਂ ਵੱਡੀ ਹੋਊਗੀ ਉਦੋਂ ਦੇਖਾਂਗੇ ਕੀ ਕਰਨਾ ਹੈਗਾ। ਬਟ ਕਿਸੇ ਨੇ ਇੰਨਾ ਸੀਰੀਅਸਲੀ ਮੈਨੂੰ ਨਹੀਂ ਲਿਆ ਉਸ ਟਾਈਮ। ਮੈਨੂੰ ਸਕੂਲ ਦੇ ਵਿੱਚ ਵੀ ਸਾਰੇ ਜਾਣੇ ਐਕਚੁਅਲੀ ਮੈਨੂੰ ਮਜ਼ਾਕ ਦੇ ਵਿੱਚ ਮੈਨੂੰ ਜਹਾਜ਼ ਕਹਿੰਦੇ ਹੁੰਦੇ ਸੀਗੇ। ਹਰ ਇੱਕ ਨੂੰ ਪਤਾ ਸੀਗਾ ਵੀ ਇਹਨੇ ਪਾਇਲਟ ਬਣਨਾ। ਬਟ ਹੁਣ ਜਦੋਂ ਮੇਰੇ ਫਰੈਂਡਸ ਵੀ ਮੈਨੂੰ ਕਾਲ ਕਰਕੇ ਜਾਂ ਮੈਸੇਜ ਕਰਦੇ ਕਹਿੰਦੇ ਤੂੰ ਸੱਚੀ ਪਾਇਲਟ ਬਣਨਾ ਸੀਗਾ, ਮੈਂ ਉਹਨਾਂ ਨੂੰ ਕਹਿਣਾ ਵੀ ਮੈਂ ਹੋਰ ਇੰਨੇ ਟਾਈਮ ਦੀ ਹਰ ਇੱਕ ਨੂੰ ਕਹਿਣਾ ਮੈਂ ਪਾਇਲਟ ਬਣਨਾ, ਬਟ ਕਿਸੇ ਨੇ ਮੈਨੂੰ ਸੀਰੀਅਸਲੀ ਨਹੀਂ ਲਿਆ। ਹੁਣ ਬਣ ਗਿਆ, ਹੁਣ ਮੈਨੂੰ ਪੁੱਛਦੇ ਅੱਛਾ ਤੂੰ ਸੱਚੀ ਪਾਇਲਟ ਬਣਨਾ ਚਾਹੁੰਦੀ ਸੀਗੀ। ਸੋ ਇਹ ਚੀਜ਼ ਹੈ ਕਿ ਹਾਂ, ਜਦੋਂ ਮੈਂ +2 ਤੋਂ ਬਾਅਦ ਕਿਉਂਕਿ ਮੈਂ ਨਾਨ ਮੈਡੀਕਲ ਕੀਤਾ ਸੀਗਾ, ਨਾਨ ਮੈਡੀਕਲ ਤੋਂ ਮੈਂ ਕੋਈ IIT ਕੋਈ ਐਗਜ਼ਾਮਸ ਨਹੀਂ ਦਿੱਤੇ ਸੀਗੇ, ਤਾਂ ਮੈਂ ਘਰਦਿਆਂ ਨੇ ਕਿਹਾ ਨਹੀਂ ਮੈਂ ਬਣਨਾ ਤਾਂ ਸਿਰਫ ਪਾਇਲਟ ਹੀ ਬਣਨਾ, ਨਹੀਂ ਤਾਂ ਮੈਂ ਅੱਗੇ ਸਟੱਡੀ ਨਹੀਂ ਕਰਨੀ। ਉਸ ਤੋਂ ਬਾਅਦ ਘਰਦਿਆਂ ਨੇ ਸੀਰੀਅਸ ਲਿਆ ਵੀ ਹਾਂ ਇਹ ਪਾਇਲਟ ਹੀ ਬਣਨਾ ਚਾਹੁੰਦੀ ਹੈਗੀ। ਅੱਛਾ ਲਵਪ੍ਰੀਤ, ਤੁਸੀਂ ਆਪਣੀ ਜਰਨੀ ਬਾਰੇ ਦੱਸੋ ਕਿ ਮੁੱਢਲੀ ਜਿਹੜੀ ਸਿੱਖਿਆ ਹੈ ਤੁਸੀਂ ਕਿੱਥੋਂ ਪ੍ਰਾਪਤ ਕੀਤੀ ਹੈ? ਆਂਦੀ ਮੈਂ
3rd ਸਟੈਂਡਰਡ ਤੱਕ ਤਾਂ ਜੀ ਪਿੰਡ ਦੇ ਵਿੱਚ ਇੱਕ ਪ੍ਰਾਈਵੇਟ ਸਕੂਲ ਸੀਗਾ, ਉੱਥੋਂ ਕੀਤੀ ਆ। 4th ਤੋਂ 9th ਸਟੈਂਡਰਡ ਮੈਂ ਬਠਿੰਡੇ ਅੰਮ੍ਰਿਤਾ ਕਨਵੈਂਟ ਸਕੂਲ 'ਚੋਂ ਕੀਤੀ ਆ। 10th ਦੀ ਮੈਂ ਸਟੱਡੀ ਦਸ਼ਮੇਸ਼ ਗਰਲਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਾਦਲ ਤੋਂ ਕੀਤੀ ਆ। ਹਾਂਜੀ, ਐਂਡ +1 +2 ਮੈਂ ਪੁੱਛੋ ਦਸ਼ਮੇਸ਼ ਸਕੂਲ ਸੀਗਾ, ਉੱਥੋਂ ਐਡਮਿਸ਼ਨ ਕਰਵਾਈ ਸੀ, ਬਟ ਮੈਂ ਐਜ਼ ਅ ਡੰਮੀ +1 +2 ਕੀਤੀ ਆ। ਤੇ ਜਦੋਂ ਤੁਸੀਂ ਮਤਲਬ ਆਪਣੇ ਟੀਚਰਸ ਦੇ ਨਾਲ, ਕਿਉਂਕਿ ਅਕਸਰ ਟੀਚਰ ਪੁੱਛਦੇ ਆ ਕੀ ਬਣਨਾ ਚਾਹੁੰਦੇ ਹੋ, ਜਦੋਂ ਆਪਾਂ ਖਾਸ ਤੌਰ ਤੇ +1 10th +2 ਦੇ ਵਿੱਚ ਜਾਂਦੇ ਆ ਤਾਂ ਉਦੋਂ ਤਾਂ ਇੱਕ ਟਾਰਗੇਟ ਹੁੰਦਾ ਹੈ ਕਿ ਬੱਚਾ ਅੱਗੇ ਕਿਹੜੇ ਸਟਰੀਮ ਦੇ ਵਿੱਚ ਜਾਣਾ ਚਾਹੁੰਦਾ। ਤਾਂ ਜਦੋਂ ਤੁਹਾਡੇ ਨਾਲ ਟੀਚਰਸ ਗੱਲ ਕਰਦੇ ਸੀ ਤਾਂ ਫਿਰ ਤੁਸੀਂ ਉਹਨਾਂ ਦੇ ਨਾਲ ਕੀ ਮਤਲਬ ਸ਼ੇਅਰ ਕਰਦੇ? ਹਾਂਜੀ, ਮੈਨੂੰ ਇੱਕ ਗੱਲ ਯਾਦ ਆ ਰਹੀ ਹੈ। ਮੈਂ 10th ਸਟੈਂਡਰਡ 'ਚ ਸੀਗੇ, ਸੌਰੀ ਮੈਂ ਟੀਚਰ ਦਾ ਨਾਮ ਭੁੱਲ ਰਹੀ ਹਾਂ। ਉਹ ਹਿੰਦੀ ਦੇ ਟੀਚਰ ਸੀਗੇ, ਤਾਂ ਇੱਕ ਦਿਨ ਉਹ ਕਲਾਸ ਦੇ ਵਿੱਚ ਸਾਨੂੰ ਕਹਿ ਰਹੇ ਸੀ ਵੀ ਤੁਸੀਂ ਸਾਰਿਆਂ ਨੇ ਦੱਸੋ ਤੁਸੀਂ ਕੀ ਬਣਨਾ ਹੈਗਾ। ਮੈਂ ਜਦੋਂ ਉਹਨਾਂ ਨੇ ਕਿਹਾ ਕਿ ਮੈਮ ਮੈਂ ਪਾਇਲਟ ਬਣਨਾ ਹੈਗਾ, ਉਹਨਾਂ ਨੇ ਬੜਾ ਹੀ ਮੈਨੂੰ ਹੌਸਲਾ ਦਿੱਤਾ। ਕਹਿੰਦੇ ਵੀ ਉਹਨਾਂ ਨੇ ਕਦੇ ਵੀ ਇੱਦਾਂ ਨਹੀਂ ਕਿਹਾ ਕਿ ਸ਼ਾਇਦ ਬਣੂਗੀ ਕਿ ਨਹੀਂ ਬਣੂਗੀ। ਉਹਨਾਂ ਨੇ ਕਿਹਾ ਕਿ ਜਦੋਂ ਤੂੰ ਪਾਇਲਟ ਬਣ ਗਈ ਨਾ ਤਾਂ ਮੈਨੂੰ ਜੋ ਜਹਾਜ਼ 'ਚ ਝੂਟਾ ਤੂੰ ਦੇਣਾ ਹੈਗਾ। ਹਾਂਜੀ ਹਾਂਜੀ। ਤੇ ਲਵਪ੍ਰੀਤ, ਜਿਸ ਤਰ੍ਹਾਂ ਤੁਸੀਂ ਪਾਇਲਟ ਬਣੇ ਤਾਂ ਪਹਿਲਾਂ ਤੁਸੀਂ ਮਤਲਬ ਕੋਰਸ ਦੀ ਕਿੱਥੇ ਤੁਸੀਂ ਐਡਮਿਸ਼ਨ ਵਗੈਰਾ ਲਈ, ਉਹ ਵੀ ਤੁਸੀਂ ਸਾਨੂੰ ਸਾਰਾ ਦੱਸੋ। ਹਾਂਜੀ, ਜਿਵੇਂ ਮੈਂ +2 2014 'ਚ ਕੀਤੀ ਸੀਗੀ, ਜਦੋਂ ਰਿਜ਼ਲਟ ਆ ਗਿਆ ਸੋ ਉਸ ਤੋਂ ਬਾਅਦ ਮੈਂ ਪਟਿਆਲਾ ਐਵੀਏਸ਼ਨ ਕਲੱਬ ਪਟਿਆਲਾ 'ਤੇ ਐਡਮਿਸ਼ਨ ਕਰਵਾਤੀ ਸੀਗੀ 2014 ਦੇ ਅਕਤੂਬਰ ਦੇ ਵਿੱਚ। ਫਿਰ ਉਸ ਤੋਂ ਬਾਅਦ 50 ਆਵਰਸ ਦੀ ਫਲਾਈਂਗ ਮੈਂ ਉੱਥੋਂ ਕੀਤੀ ਆ। ਉਸ ਤੋਂ ਬਾਅਦ ਮੈਂ ਗਰਾਊਂਡ ਕਲਾਸਿਸ ਦੇ ਲਈ ਦਿੱਲੀ ਚਲੀ ਗਈ, ਉੱਥੇ ਮੈਂ ਸਾਰੇ ਆਪਦੇ ਐਗਜ਼ਾਮਸ ਕਲੀਅਰ ਕੀਤੇ। ਐਗਜ਼ਾਮਸ ਕਲੀਅਰ ਹੋਣ ਤੋਂ ਬਾਅਦ ਫਿਰ ਮੈਂ APFT ਹੈਦਰਾਬਾਦ ਚਲੀ ਗਈ, ਉੱਥੇ ਮੈਂ 150 ਆਵਰਸ ਫਲਾਈਂਗ ਕੀਤੀ। ਸੋ ਮੇਰਾ ਸਾਰਾ ਕੋਰਸ ਮਤਲਬ 2018 ਦੇ ਵਿੱਚ ਕਵਰ ਹੋ ਗਿਆ ਸੀਗਾ। 2018 ਦੇ ਵਿੱਚ ਮੈਨੂੰ CPA ਲਾਇਸੈਂਸ ਮਿਲਿਆ। 2019 ਦੇ ਵਿੱਚ ਮੈਨੂੰ ਜੌਬ ਮਿਲੀ ਸੀਗੀ 에ਅਰ ਏਸ਼ੀਆ ਵਿੱਚ ਐਜ਼ ਅ ਸੈਕਿੰਡ ਆਫਿਸਰ। ਬਟ ਲੋਕਡਾਊਨ ਕਰਕੇ ਮੇਰੀ ਥੋੜੀ ਟ੍ਰੇਨਿੰਗ ਸੀਗੀ ਕਿ ਮਹੀਨੇ 1.5 ਮਹੀਨੇ ਦੀ ਸੀਗੀ, ਉਹ ਰਹਿ ਗਈ ਸੀਗੀ। ਲੋਕਡਾਊਨ ਕਰਕੇ ਟ੍ਰੇਨਿੰਗ ਕੰਪਲੀਟ ਨਹੀਂ ਕਰ ਪਾਈ। ਜਦੋਂ ਲੋਕਡਾਊਨ ਓਪਨ ਹੋਇਆ ਸੋ ਮੇਰੀ ਸਾਰੀ ਟ੍ਰੇਨਿੰਗਸ ਕੰਪਲੀਟ ਆ। ਹੁਣ ਮੇਰੇ ਕੋਲੇ 160 ਆਵਰਸ ਹੈ ਔਨ A320। ਅੱਛਾ, ਜਦੋਂ ਆਪਣੇ ਵਾਲੇ ਇਲਾਕੇ ਦੇ ਵਿੱਚ ਇਹ ਆ ਵੀ ਜੇ ਕੋਈ ਕੁੜੀ ਨੂੰ ਆਪਾਂ ਕਾਰ ਚਲਾਉਂਦੇ ਹੋਏ ਵੀ ਦੇਖੀਏ, ਇੱਕ ਤਾਂ ਉਹਦੇ ਤੋਂ ਕੋਸੋਂ ਦੂਰ ਹੋ ਜਾਂਦੇ। ਲੜਕੀਆਂ ਦੀ ਡਰਾਈਵਿੰਗ ਤੋਂ ਡਰਦੇ ਆ ਲੋਕ, ਥੋੜਾ ਜਿਹਾ ਬਹੁਤਾ ਵਿਸ਼ਵਾਸ ਨਹੀਂ ਕਰਦੇ ਹੈਗੇ। ਤਾਂ ਜਦੋਂ ਤੁਸੀਂ ਦੱਸਦੇ ਹੋ ਲੋਕਾਂ ਨੂੰ ਵੀ ਮੈਂ ਪਾਇਲਟ ਹਾਂ ਜਾਂ ਤੁਹਾਡੇ ਬਾਰੇ ਪਤਾ ਲੱਗਦਾ ਤਾਂ ਫਿਰ ਕਿਸ ਤਰ੍ਹਾਂ ਦੇ ਸਵਾਲ ਹੁੰਦੇ ਤੁਹਾਡੇ ਨਾਲ? ਥੋੜ੍ਹੇ ਜੇ ਆਪਾਂ ਰਿਸ਼ਤੇਦਾਰੀ ਜਾਂ ਘਰ ਦੀ ਗੱਲ ਕਰੀਏ ਤਾਂ ਜਿਵੇਂ ਮੇਰੇ ਮੰਮਾ ਸਾਰੀਆਂ ਚੀਜ਼ਾਂ ਚਲਾ ਲੈਂਦੇ ਸੀ, ਟਰੈਕਟਰ ਗੱਡੀ ਵਗੈਰਾ। ਸੋ ਇਸ ਕਰਕੇ ਥੋੜ੍ਹਾ ਜਿਹਾ ਜ਼ਿਆਦਾ ਹੈਰਾਨੀ ਨਹੀਂ ਹੁੰਦੀ ਸੀਗੀ ਕਿ ਜੇ ਇਹਦੀ ਮਾਂ ਚਲਾ ਸਕਦੀ ਧੀ ਕਿਉਂ ਨਹੀਂ ਚਲਾ ਸਕਦੀ। ਸਕੂਟੀ ਵਗੈਰਾ ਮੈਂ ਕਦੇ ਵੀ ਨਾ ਐਕਚੁਅਲੀ ਡਿਸਕ੍ਰਿਮੀਨੇਟ ਪਹਿਲਾਂ ਤੁਹਾਡੇ ਮਾਈਂਡ 'ਚੋਂ ਪੈਦਾ ਹੁੰਦਾ ਹੈਗਾ। ਸੋ ਮੈਂ ਕਦੇ ਸੋਚਿਆ ਨਹੀਂ ਸੀਗਾ ਕਿ ਮੈਂ ਸ਼ਾਇਦ ਮੁੰਡਿਆਂ ਤੋਂ ਘੱਟ ਹਾਂ। ਮੈਂ ਹਮੇਸ਼ਾ ਸੋਚਦੀ ਸੀ ਮੁੰਡੇ ਕਰ ਸਕਦੇ ਮੈਂ ਕਿਉਂ ਨਹੀਂ ਕਰ ਸਕਦੀ। ਮੈਂ ਹਮੇਸ਼ਾ ਆਪਦੇ ਆਪਣੀ ਇਕੁਅਲ ਹੀ ਸਮਝਿਆ ਹੈਗਾ। ਉਸ ਕਰਕੇ ਮੇਰੇ ਮਾਈਂਡ 'ਚ ਨਹੀਂ ਸੀਗਾ ਤਾਂ ਮੈਂ ਆਲੇ ਦੁਆਲੇ ਵੀ ਨਹੀਂ ਡਿਸਕ੍ਰਿਮੀਨੇਟ ਕਿਸੇ ਨੂੰ ਕਰਨ ਦਿੱਤਾ ਹੈਗਾ। ਸੋ ਉਹ ਸੋਚ ਪਹਿਲੀ ਜਿਹੜਾ ਫ਼ਰਕ ਪੈਂਦਾ ਤੁਸੀਂ ਕਿੱਦਾਂ ਲੈਂਦੇ ਹੋ, ਆਈ ਥਿੰਕ ਉਹ ਜ਼ਿਆਦਾ ਇਫੈਕਟ ਕਰਦੀ ਹੈ ਚੀਜ਼ ਨੂੰ। ਸੋ ਮੈਂ ਕਦੇ ਇੱਦਾਂ ਲਿਆ ਨਹੀਂ ਸੀਗਾ। ਮੈਂ ਬਹੁਤ ਲਾਈਕ +1 +2 ਮੈਂ ਸਕੂਟੀ 'ਤੇ ਜਾਂਦੀ ਸੀ ਟਿਊਸ਼ਨ 'ਤੇ। ਮੈਂ ਹਾਰਡਲੀ 4 ਕੁ ਦਿਨ ਸਕੂਟੀ ਸਿੱਖੀ ਹੋਣੀ, 5ਵੇਂ ਦਿਨ ਮੈਂ ਬਠਿੰਡੇ ਚਲਾਉਣ ਲੱਗ ਪਈ। ਸੋ ਉੱਥੇ ਜਿਵੇਂ ਹੁਣ ਤਾਂ ਸਕੂਟੀ ਤਾਂ ਬਠਿੰਡੇ ਤਾਂ ਥੋੜ੍ਹਾ ਕਾਮਨ ਸੀਗਾ, ਕੁੜੀਆਂ ਸਕੂਟੀ ਚਲਾਉਂਦੀਆਂ ਸੀ। ਕਈ ਵਾਰ ਅਸੀਂ ਗੋਨਿਆਂ ਨਾਲ ਮੰਡੀ ਚਲੇ ਜਾਂਦੇ, ਉੱਥੇ ਕਾਮਨ ਨਹੀਂ ਸੀਗਾ। ਉੱਥੇ ਲੋਕ ਖੜ ਕੇ ਦੇਖਦੇ ਅੱਛਾ ਕੁੜੀ ਸਕੂਟੀ ਚਲਾ ਰਹੀ ਹੈਗੀ। ਫਿਰ ਮੈਂ ਗੱਡੀ ਜਦੋਂ ਮੈਂ ਕਾਰ ਚਲਾ ਕੇ ਜਾਂਦੀ ਸੀ ਤਾਂ ਲੋਕਾਂ ਨੂੰ ਹੈਰਾਨੀ ਹੁੰਦੀ ਸੀ। ਹੁਣ ਕਈ ਵਾਰ ਪਿੰਡਾਂ 'ਚ ਜਾਵੜੀ ਹਜੇ ਵੀ ਦੇਖਦੇ ਨੇ ਅੱਛਾ ਕੁੜੀ ਕਾਰ ਚਲਾ ਰਹੀ, ਮਤਲਬ ਪੂਰਾ ਨੋਟ ਕਰਦੇ ਹੈਗੇ। ਹੁਣ 에ਅਰਕ੍ਰਾਫਟ ਵੀ ਮੇਰੀ ਆਈ ਥਿੰਕ ਆਫਟਰ ਰਿਲੀਜ਼ ਦੀ ਫਸਟ ਔਰ ਸੈਕਿੰਡ ਫਲਾਈਟ ਸੀਗੀ। ਸੋ ਮੈਂ ਐਕਚੁਅਲੀ ਕਾਕਪਿਟ ਤੋਂ ਬਾਹਰ ਖੜੀ ਸੀਗੀ। ਐਕਚੁਅਲੀ ਮੈਂ ਵਾਟਰ ਵਗੈਰਾ ਪੀ ਰਹੀ ਸੀਗੀ ਤਾਂ ਉੱਥੇ ਇੱਕ ਪੈਸੇਂਜਰ ਆਏ, ਉਹ ਕਹਿੰਦੇ ਅੱਛਾ ਕੁੜੀ ਜਹਾਜ਼ ਚਲਾਊਗੀ। ਮਤਲਬ ਉੱਥੇ ਵੀ ਥੋੜ੍ਹੀ ਹੈਰਾਨੀ ਹੁੰਦੀ ਵਿੱਚ ਕੁੜੀ ਜਹਾਜ਼ ਚਲਾ ਕੇ ਲੈ ਕੇ ਦੀ ਗੱਲ ਹੈ। ਆਈ ਥਿੰਕ ਇਫ ਆਮ ਨਾਟ ਰੋਂਗ ਆਈ ਥਿੰਕ ਇਹ ਸੀਗੀ ਭੁਵਨੇਸ਼ਵਰ ਦੀ। ਹਾਂਜੀ, ਥੋੜ੍ਹੀ ਕਿਉਂਕਿ ਲੋਕ ਟਰੈਵਲ ਕਰਦੇ ਨੇ ਥੋੜ੍ਹੀ ਜਿਹੇ ਲਾਈਕ ਲੋਕਾਂ ਨੂੰ ਥੋੜ੍ਹਾ ਜਿਹਾ ਹੁੰਦੇ ਵੀ ਇੱਥੇ ਕੁੜੀ ਜਹਾਜ਼ ਚਲਾ ਰਹੀ ਹੈਗੀ। ਹਾਂਜੀ ਹਾਂਜੀ। ਤੁਸੀਂ ਕਿਹਾ ਕਿ ਮੈਂ ਮਤਲਬ ਲੜਕਿਆਂ ਨਾਲੋਂ ਜਾਂ ਮੈਂ ਲੜਕਿਆਂ ਦੇ ਬਰਾਬਰ ਸੀ। ਦਰਸ਼ਕੋ ਮੈਂ ਗੱਲ ਦੱਸ ਦਿੰਦੀ ਹਾਂ ਵੀ ਇਹ ਪੂਰਾ ਪਰਿਵਾਰ ਨਹੀਂ ਬੈਠਾ, ਇੱਕ ਜਣਾ ਇਹਨਾਂ ਦਾ ਮਿਸਿੰਗ ਆ, ਉਹ ਹੈਗੇ ਇਹਨਾਂ ਦੇ ਬ੍ਰਦਰ। ਪਰ ਜਦੋਂ ਮੈਂ ਇਹਨਾਂ ਨੂੰ ਮਿਲੀ ਨਾ ਦੋਨੋਂ ਬ੍ਰਦਰ ਸਿਸਟਰ ਨੂੰ ਤਾਂ ਮੈਨੂੰ ਐਦਾਂ ਜੇ ਹੋ ਗਿਆ ਵੀ ਇਹਨਾਂ ਨੂੰ ਮੁੰਡਾ ਹੋਣਾ ਚਾਹੀਦਾ ਸੀ ਤੇ ਉਹਨਾਂ ਨੂੰ ਕੁੜੀ। ਉਹ ਇੰਨੇ ਜ਼ਿਆਦਾ ਸ਼ਾਈ ਨੇ ਵੀ ਉਹ ਕੈਮਰਾ ਸ਼ਾਈ ਨੇ, ਉਹ ਆਏ ਨਹੀਂ ਹੈਗੇ ਭਾਈ ਸਾਹਿਬ ਜਿਹੜੇ ਨੇ ਕੈਮਰੇ ਦੇ ਸਾਹਮਣੇ। ਤਾਂ ਅੱਛਾ ਤੁਸੀਂ ਹੁਣ ਸੋਲੋ ਜਿਹੜੀ ਫਲਾਈਟ ਹੈਗੀ ਉਹ ਲਿਜਾਣੀ ਸ਼ੁਰੂ ਕਰ ਦਿੱਤੀ? ਲਾਈਕ ਕਾਕਪਿਟ ਦੇ ਵਿੱਚ 2 ਪਾਇਲਟਸ ਚਾਹੀਦੇ ਹੁੰਦੇ ਨੇ, ਇੱਕ ਕੈਪਟਨ ਇੱਕ ਫਸਟ ਆਫਿਸਰ। ਸੋ ਮੈਂ ਫਸਟ ਆਫਿਸਰ ਹਾਂ। ਅੱਛਾ, ਜਦੋਂ ਫਸਟ ਟਾਈਮ ਤੁਸੀਂ ਚਲਾਇਆ ਮਤਲਬ 에ਅਰਪਲੇਨ ਚਲਾਇਆ ਤਾਂ ਕਿਸ ਤਰ੍ਹਾਂ ਦਾ, ਜਦੋਂ ਪਹਿਲੀ ਵਾਰ ਤੁਸੀਂ ਆਸਮਾਨ ਦੇ ਵਿੱਚ ਉੱਡੇ ਪਹਿਲੀ ਵਾਰ ਗਏ, ਉਹ ਕਿਸ ਤਰ੍ਹਾਂ ਦਾ ਮੋਮੈਂਟ ਸੀ? ਉਹ ਉਸ ਮੋਮੈਂਟ ਨੂੰ ਕਿੱਦਾਂ ਯਾਦ ਕਰਦੇ ਹੋ?
मतलब वो मोमेंट एक्चुअली बड़ा अनरियल सा लगता है कि सच्ची मैं वो चीज़ कर लिया ना। कई बार जो सुपना जब भी आ जाता, कई बार है ना मैं उठते हैं अच्छा मैं जहाज उड़ाउण लग पियांगी है ना, कई बार हैरानी भी होने लग जाती है। कई बार हर मतलब वो चीज़ बड़ी प्राउड जी फीलिंग होंगी है क्योंकि जो तुसी फ्लाई कर रहे थे, मेरी फर्स्ट फ्लाइट सीगी जो मैं फ्लाई है ना टुक ऑफ किया। मतलब ਤੁਸੀਂ ਉਹ ਜੋ ਡ੍ਰੀਮ ਦੇਖਿਆ ਤੁਸੀਂ ਉਹ ਜੀ ਰਹੇ ਹੋ ਹੈ ਨਾ, ਵੀ ਉਹ ਆਈ ਥਿੰਕ ਵਰਡਸ 'ਚ ਐਕਸਪਲੇਨ ਕਰਨਾ ਹਾਂ ਹਾਂਜੀ। ਅੰਕਲ ਤੁਹਾਡੇ ਨਾਲ ਹੁਣ ਗੱਲ ਕਰੂੰਗੀ ਮੈਂ ਕਿ ਕਿਵੇਂ ਮਹਿਸੂਸ ਕਰਦੇ ਹੋ ਵੀ ਧੀ ਨੇ ਬੜਾ ਮਾਣ ਵਧਾਇਆ। ਸ਼ੁਰੂ ਤੋਂ ਜਿਵੇਂ ਇਹਨਾਂ ਦਾ ਸੁਪਨਾ ਸੀਗਾ ਕਿ ਮੈਂ ਇੱਕ ਪਾਇਲਟ ਬਣਨਾ ਹੈ ਔਰ ਮੈਂ ਜਹਾਜ਼ ਉਡਾਉਣਾ ਹੈ, ਤਾਂ ਉਦੋਂ ਬਚਪਨ ਦੇ ਵਿੱਚ ਕਿੱਦਾਂ ਗੱਲਾਂ ਲੱਗਦੀਆਂ ਸੀ ਤੇ ਹੁਣ ਕਿਸ ਤਰ੍ਹਾਂ ਦੇਖਦੇ ਹੋ? ਇਹ ਛੋਟੀ ਹੁੰਦੀ ਕਹਿੰਦੀ ਹੁੰਦੀ ਸੀ ਮੈਂ ਜਹਾਜ਼ ਚਲਾਉਂਗੀ। ਪਾਇਲਟ ਤਾਂ ਉਦੋਂ ਬਾਅਦ ਮੈਨੂੰ ਪਤਾ ਲੱਗਿਆ ਵੀ ਪਾਇਲਟ ਬਣਨਾ, ਜਹਾਜ਼ ਚਲਾਉਂਗੇ। ਅਸੀਂ ਕਿਹਾ ਚਲੋ ਵੱਡੀ ਹੋਈ ਵੇਖੀ ਜਾਊ ਚਲਾਊਗੇ ਨਾ ਚਲਾਊਗੇ, ਪਰ ਇਹਨੇ ਆਪਦਾ ਸੁਪਨਾ ਪੂਰਾ ਕਰ ਲਿਆ ਜੀ। ਹੁਣ ਕਿਵੇਂ ਮਹਿਸੂਸ ਹੁੰਦਾ ਕਿਉਂਕਿ ਬੜੇ ਘੱਟ ਬੱਚੇ ਨੇ ਜੋ ਇਸ ਤਰ੍ਹਾਂ ਮੁਕਾਮ ਤੇ ਪਹੁੰਚਦੇ ਨੇ? ਬਹੁਤ ਖੁਸ਼ੀ ਦੀ ਗੱਲ ਹੈ ਜੀ। ਸਾਨੂੰ ਮਾਣ ਹੈ ਜੀ ਸਾਡੀ ਬੇਟੀ ਤੇ ਵੀ ਆਪਦੀ ਜੋ ਕੁਝ ਮੰਨਣਾ ਸੀ ਬਣ ਚੁੱਕੀ ਜੀ। ਅੱਛਾ, ਕੋਈ ਖਾਸ ਇੱਛਾ ਹੈਗੀ ਹੈ ਕਿਸੇ ਖਾਸ ਜਗ੍ਹਾ ਤੇ ਜਾਣ ਦੀ ਵੀ ਧੀ ਜਹਾਜ਼ ਉਡਾਵੇ ਜੇ ਤੁਸੀਂ ਬੈਠ ਕੇ ਜਾਓ? ਸਾਨੂੰ ਆਪ ਹੀ ਲੈ ਕੇ ਜਾਊ ਜੀ ਇਹ। ਲਵਪ੍ਰੀਤ ਕਿੱਥੇ ਸੋਚਿਆ ਫਿਰ ਕਿੱਥੇ ਲੈ ਕੇ ਜਾਣਾ ਹੈ? ਮੈਂ ਤਾਂ ਚਾਹੁੰਦੀ ਪਹਿਲਾਂ ਮੇਰੇ ਨਾਲ ਬੈਂਗਲੌਰ ਚੱਲਣ, ਸੋ ਦਿੱਲੀ ਤੋਂ ਫਲਾਈਟ ਮੈਂ ਆਪਰੇਟ ਕਰਾਂ ਦਿੱਲੀ ਤੋਂ ਬੈਂਗਲੌਰ ਦੀ। ਸੋ ਮੈਂ ਬੈਂਗਲੌਰ ਤੁਹਾਡੀ ਫੇਵਰਿਟ ਪਲੇਸ ਹੈ? ਨਹੀਂ, ਮੇਰਾ ਐਕਚੁਅਲੀ ਬੈਂਗਲੌਰ ਬੇਸ ਹੈ। ਹੁਣ ਮੈਂ ਜੋ ਮੇਰੀ ਡਿਊਟੀ ਹੈ ਬੈਂਗਲੌਰ ਤੋਂ ਆ। ਅੱਛਾ ਆਂਟੀ ਜੀ, ਜਦੋਂ ਬਚਪਨ ਦੇ ਵਿੱਚ ਛੋਟੇ ਹੁੰਦੇ ਸੀ ਇਹ, ਤਾਂ ਕਿਸ ਤਰ੍ਹਾਂ ਫਿਰ ਗੱਲਾਂ ਬਾਤਾਂ ਕਰਦੇ ਸੀ ਤੁਹਾਡੇ ਨਾਲ ਵੀ ਪਾਇਲਟ ਬਣਨਾ ਹੈ ਜਾਂ ਮੰਮਾ? ਕਿਉਂਕਿ ਛੋਟੇ ਹੁੰਦੇ ਬੱਚੇ ਬਹੁਤ ਸਾਰੀਆਂ ਗੱਲਾਂ ਕਰਦੇ ਨੇ, ਜਿਸ ਤਰ੍ਹਾਂ ਵੱਡੇ ਹੁੰਦੇ ਜਾਂਦੇ ਨੇ ਚੇਂਜਸ, ਕਈ ਵਾਰੀ ਚੇਂਜਸ ਵੀ ਹੁੰਦੇ ਜਾਂਦੇ। ਕਈ ਬੱਚੇ ਕਹਿੰਦੇ ਵੀ ਮੈਂ ਪਾਇਲਟ ਬਣਨਾ ਹੈ, ਫਿਰ ਉਸ ਤੋਂ ਬਾਅਦ ਚੇਂਜ ਹੋ ਜਾਂਦਾ ਕਿ ਨਹੀਂ ਮੈਂ ਤਾਂ ਟੀਚਰ ਬਣਨਾ ਹੈ। ਤਾਂ ਟੀਚਾ ਹਮੇਸ਼ਾ ਲਵਪ੍ਰੀਤ ਦਾ ਹੀ ਰਿਹਾ, ਪਾਇਲਟ ਦਾ ਹੀ ਰਿਹਾ? ਬਸ ਕਹਿੰਦੀ ਤਾਂ ਪਾਇਲਟ ਸੀਗੀ ਨਾ, ਵੀ ਉਦੋਂ ਐਂ ਲੱਗਦਾ ਸੀ ਵੀ ਚਲ ਕਹੀ ਜਾਂਦੇ ਆ ਵੀ ਕੀ ਪਤਾ ਵੀ ਬਣੂਗੀ ਜਾਂ ਨਾ ਬਣੂਗੀ ਜਾਂ ਕੀ ਕਰਨਾਗਾ, ਪਰ ਸਾਨੂੰ ਇੰਨਾ ਜ਼ਰੂਰ ਹੁੰਦਾ ਸੀ ਵੀ ਇਹ ਕਰੂਗੀ ਜ਼ਰੂਰ ਕੁਛ, ਵੀ ਕੁਛ ਵੀ ਕਰੇ ਜਾਂ ਪਾਇਲਟ ਬਣੇ, ਵੀ ਕੁਛ ਕਰੇ ਵੀ ਕਰੂਗੀ ਜ਼ਰੂਰ। ਮਤਲਬ ਡਿਫਰੈਂਟ ਜਿਹੀ ਲੱਗਦੀ ਸੀ ਬੱਚਿਆਂ ਨਾਲੋਂ, ਅਲੱਗ ਸੀਗੀ। ਹਾਂਜੀ, ਵੀ ਐਂ ਲੱਗਦਾ ਸੀਗਾ ਵੀ ਚਲੋ ਉਹ ਇਹਨੇ ਕਰਕੇ ਦਿਖਾ ਦਿੱਤਾ। ਹਾਂਜੀ, ਜਿਵੇਂ ਘਰ ਦੇ ਵਿੱਚ ਮਾਹੌਲ ਬੜਾ ਸਾਦਾ ਮਾਹੌਲ ਸੀਗਾ, ਔਰ ਜਿਸ ਤਰ੍ਹਾਂ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਵੀ ਘਰ ਦੇ ਵਿੱਚ ਵੀ ਕੋਈ ਇਹਨਾਂ ਦੇ ਜਾਂ ਦੂਰ ਦਰਾਡੇ ਰਿਸ਼ਤੇਦਾਰੀ ਦੇ ਵਿੱਚ ਵੀ ਕੋਈ ਪਾਇਲਟ ਨਹੀਂ ਹੈਗਾ। ਤੇ ਜਦੋਂ ਸਾਰਾ ਕੋਰਸ ਇਹਨਾਂ ਦਾ ਚੱਲ ਰਿਹਾ ਸੀਗਾ ਕਿ ਪੂਰਾ ਤੁਹਾਨੂੰ ਪੂਰਨ ਵਿਸ਼ਵਾਸ ਸੀ, ਕਿਉਂਕਿ ਬੜਾ ਐਕਸਪੈਂਸਿਵ ਮਹਿੰਗਾ ਕੋਰਸ ਹੁੰਦਾ ਹੈਗਾ ਏਵੀਏਸ਼ਨ ਦਾ, ਬੜਾ ਪੈਸਾ ਲੱਗਦਾ ਹੈਗਾ ਇਹਦੇ ਤੇ, ਤਾਂ ਉਦੋਂ ਪੂਰਾ ਤੁਹਾਨੂੰ ਪੂਰਨ ਵਿਸ਼ਵਾਸ ਸੀਗਾ ਵੀ ਇੰਨਾ ਅਸੀਂ ਪੈਸਾ ਲਗਾ ਰਹੇ ਹਾਂ ਵੀ ਬੱਚੀ ਸਕਸੀਡ ਹੋ ਜੂਗੀ, ਸਫਲ ਹੋ ਜੂਗੀ? ਨਹੀਂ, ਇੱਥੇ ਤਾਂ ਹੁਣ ਜਿਵੇਂ ਆਪਾਂ ਕਹਦੇ ਵੀ ਪਿੰਡ ਦੇ ਵਿੱਚ ਜਾਂ ਇੱਕ ਜਾਂ ਦੋ ਕੁੜੀਆਂ ਜਾਂ ਨੇੜੇ ਤੇੜੇ ਕੋਈ ਹੁੰਦੇ ਨਹੀਂ। ਇੱਕ ਦੋ ਵਾਰ ਇਹਦੇ ਮੈਂ ਜਦੋਂ ਨੇ ਦਿੱਲੀ ਪੇਪਰ ਸੀ ਨਾ, ਮੈਂ ਨਾਲ ਗਈ ਵੀ ਸੀ। ਉੱਥੇ ਤਾਂ ਐਂ ਲੱਗਦਾ ਵੀ ਸਾਰੀ ਪਾਇਲਟ ਆ, ਵੀ ਇੰਨਾ ਰਸ਼ ਹੁੰਦਾ, ਇੰਨੇ ਵੀ ਐਗਜ਼ਾਮ ਦਿੰਦੇ ਆ ਵੀ ਕੀ ਇਹ ਸਾਰੇ ਪਾਇਲਟ ਬਣ ਜਾਣਗੇ, ਵੀ ਬਹੁਤ ਆ ਬੱਚੇ ਆ ਕੋਈ ਆਏ ਵੀ ਪਿੰਡਾਂ ਦੇ ਵਿੱਚ ਜ਼ਰੂਰ ਘੱਟ ਹੈ, ਪਰ ਦਿੱਲੀ ਜਾ ਕੇ ਪਤਾ ਲੱਗਦਾ ਵੀ ਬੱਚੇ ਬਹੁਤ ਆ ਵੀ ਜੋ ਪਾਇਲਟ ਕਰ ਰਹੇ ਆ ਨਾ ਕੋਰਸ। ਮੈਮ ਕਿਵੇਂ ਮਹਿਸੂਸ ਕਰਦੇ ਹੋ ਆਪਣੀ ਨਨਾਣ ਤੇ? ਬਹੁਤ ਮਾਣ ਮਹਿਸੂਸ ਕਰਦੇ ਹਾਂ। ਹਾਂਜੀ। ਅੱਛਾ, ਉਹ ਤਾਂ ਬਾਹਰ ਜੌਬ ਤੇ ਰਹਿੰਦੇ ਨੇ, ਉਹ ਕਿਵੇਂ ਆ ਤੁਹਾਡੀ ਦੋਹਾਂ ਦੀ ਬਣਦੀ, ਕਿਵੇਂ ਲੜਾਈ ਝਗੜਾ ਤਾਂ ਨਹੀਂ ਹੁੰਦਾ? ਨਹੀਂ ਨਹੀਂ ਨਹੀਂ, ਬਿਲਕੁਲ ਵੀ ਨਹੀਂ, ਬਹੁਤ ਵਧੀਆ ਨੇ, ਬਹੁਤ ਵਧੀਆ ਨੇ। ਤੇ ਕਿੱਥੇ ਇੱਛਾ ਫਿਰ ਘੁੰਮਣ ਦੀ? ਜਿੱਥੇ ਦੀਦੀ ਲੈ ਕੇ ਜਾਣਗੇ। ਹਾਂਜੀ। ਤਾਂ ਅੱਛਾ, ਤੇ ਲਵਪ੍ਰੀਤ ਜਦੋਂ ਤੁਸੀਂ ਆਈ ਮੀਨ ਬਹੁਤ ਮਹਿੰਗਾ ਕੋਰਸ ਹੈ, ਜਿਵੇਂ ਮੈਂ ਆਂਟੀ ਨੂੰ ਪੁੱਛ ਰਹੀ ਸੀਗੀ, ਤੇ ਕਿੰਨਾ ਕੁ ਤੁਹਾਡਾ ਜਿਹੜਾ ਐਕਸਪੈਂਡੀਚਰ ਹੈ ਹੁਣ ਤੱਕ, ਕਿੰਨਾ ਕੁ ਤੁਸੀਂ ਐਕਸਪੈਂਡੀਚਰ ਕਰ ਚੁੱਕੇ ਹੋ ਕੁੱਲ ਇਸ 'ਤੇ? ਨੀਅਰ ਅਬਾਊਟ 1 ਕਰੋੜ ਆਪਣਾ ਇਨਵੈਸਟਮੈਂਟ ਹੋ ਚੁੱਕੀ ਆ, ਕਿਉਂਕਿ ਥੋੜਾ ਸੀਪੀਐਲ ਲਾਇਸੈਂਸ ਦੇ ਵਿੱਚ 35 to 40 ਲੱਖ ਲੱਗਿਆ, ਫਿਰ ਗਰਾਊਂਡ ਕਲਾਸਿਸ ਦੇ ਵਿੱਚ, ਫਿਰ ਟਰੈਵਲਿੰਗ ਲਗਾ ਲਓ, ਫਿਰ ਤੁਹਾਡਾ ਰਹਿਣ ਦਾ ਖਰਚਾ, ਤਾਂ ਆਲਮੋਸਟ 1 ਕਰੋੜ ਦੇ ਵਿੱਚ ਲੱਗ ਕੇ ਆਉਂਦਾ ਹੈਗਾ। ਸੋ ਮੈਨੂੰ ਇਹ ਲੱਗਦਾ ਕਿ ਅਗਰ ਮੈਂ ਕਿਸੇ ਨੂੰ ਵੀਡੀਓ ਦੇ ਰਾਹੀਂ ਕਿਸੇ ਨੂੰ ਮੋਟੀਵੇਟ ਵੀ ਕਰ ਪਾ ਰਹੀ ਹਾਂ, ਕੋਈ ਪਾਇਲਟ ਵੀ ਬਣ ਰਿਹਾ ਹੈ ਨਾ, ਸੋ ਇਹਦੇ ਵਿੱਚ ਪ੍ਰੋਫੈਸ਼ਨ ਦੇ ਵਿੱਚ ਆਪਾਂ ਇਕੱਲੀ ਇਹ ਗੱਲ ਨਹੀਂ ਕਹਿ ਸਕਦੇ ਬੱਚੇ ਦੀ ਸਿਰਫ ਔਰ ਸਿਰਫ ਮਿਹਨਤ ਹੀ ਚਾਹੀਦੀ ਆ। ਮਿਹਨਤ ਦੇ ਨਾਲ ਇਹ ਇਹੋ ਜਿਹਾ ਪ੍ਰੋਫੈਸ਼ਨ ਹੈ ਕਿ ਪੈਸਾ ਵੀ ਚਾਹੀਦਾ ਹੈਗਾ। ਸੋ ਆਈ ਥਿੰਕ ਪੈਸੇ ਦਾ ਥੋੜ੍ਹਾ ਮੋਟਾ ਅਗਰ ਕੋਈ ਵੀ ਨੋਰਮਲ ਫੈਮਿਲੀ 'ਚੋਂ ਜਾਂ ਜੋ ਅਫੋਰਡ ਨਹੀਂ ਕਰ ਸਕਦੇ ਨਾ ਐਕਸਪੈਂਸਿਵ ਹੈ ਨਾ, ਵੀ ਕੁਛ ਇੱਦਾਂ ਦਾ ਜਾਂ ਗੌਰਮੈਂਟ ਜਾਂ ਕੁਛ ਵੀ ਇੱਦਾਂ ਦਾ ਕੋਈ ਸਿਸਟਮ ਚੇਂਜ ਹੋ ਜਾਏ ਕਿ ਇਹ ਜੋ ਪ੍ਰੋਫੈਸ਼ਨ ਹੈ ਹਰ ਕੋਈ ਜੋ ਵੀ ਡਿਜ਼ਰਵ ਕਰਦਾ ਹੈਗਾ ਹੈ ਨਾ, ਜਿਹਦਾ ਕੋਈ ਡਰੀਮ ਹੈ ਉਹ ਇਸ ਚੀਜ਼ ਨੂੰ ਅਚੀਵ ਕਰ ਪਾਏ।
ਅੱਛਾ, ਅੱਗੇ ਕਿਸ ਤਰ੍ਹਾਂ ਦਾ ਸਕੋਪ ਹੈ ਜੇ ਆਪਾਂ, ਕਿਉਂਕਿ ਤੁਹਾਡੀ ਪ੍ਰਾਈਵੇਟ ਜੌਬ ਹੈ ਹਨਾ, ਜੇ ਆਪਾਂ ਮਤਲਬ ਪਾਇਲਟ ਦੀ ਗੱਲ ਕਰੀਏ ਤਾਂ 에ਅਰ ਫੋਰਸ ਦੇ ਵਿੱਚ ਵੀ ਸਕੋਪ ਤਾਂ ਹੈਗਾ ਹੀ, 에ਅਰ ਫੋਰਸ ਦੇ ਵਿੱਚ ਉੱਥੇ ਜਿਹੜੀ ਜੌਬ ਹੈ ਉਹ ਵੀ ਜਿਹਨੂੰ ਕਹਿੰਦੇ ਵੀ ਸਾਰੀ ਉਮਰ ਦੀ ਜੌਬ ਹੁੰਦੀ ਹੈ ਬੰਦੇ ਕੋਲ, ਹੈ ਨਾ, ਫਿਊਚਰ ਜਿਹੜਾ ਹੁੰਦਾ ਸਿਕਿਉਰ ਹੁੰਦਾ ਹੈਗਾ। ਤੁਹਾਡੇ ਜਿਹੜਾ ਇਹ ਫੀਲਡ ਹੈ, ਤੁਸੀਂ ਪਾਇਲਟ ਬਣ ਗਏ ਹੋ, ਇੰਨਾ ਪੈਸਾ ਵੀ ਲਗਾ ਦਿੱਤਾ ਫਾਈਨਲੀ, ਤੇ ਹੁਣ ਜੌਬ ਵੀ ਕਰ ਰਹੇ ਹੋ, ਫਿਊਚਰ ਜੌਬ ਦੇ ਵਿੱਚ ਕਿਸ ਤਰ੍ਹਾਂ ਦਾ ਫਿਊਚਰ ਹੈ? ਐਕਚੁਅਲੀ ਇਹ ਬੜਾ ਅਨਪ੍ਰੈਡਿਕਟੇਬਲ ਵਾਲਾ ਪ੍ਰੋਫੈਸ਼ਨ ਹੈ, ਸੋ ਇਹਦੇ ਵਿੱਚ ਤੁਸੀਂ ਕੁਝ ਵੀ ਨਹੀਂ ਕਹਿ ਸਕਦੇ ਵੀ ਕੀ ਹੋਣਾ ਕੀ ਨਹੀਂ ਹੋਣਾ। ਸੋ ਫਿਊਚਰ ਬਾਰੇ ਤਾਂ ਬਹੁਤ ਹੀ ਜ਼ਿਆਦਾ ਅਨਪ੍ਰੈਡਿਕਟੇਬਲ ਹੈ, ਕਿਉਂਕਿ ਇਹਦੇ ਵਿੱਚ ਐਵੇਂ ਨਹੀਂ ਹੁੰਦਾ ਕਿ ਆਏ ਸਾਲ ਆਪਾਂ ਕਦੀ ਜੌਬਸ ਨਿਕਲਦੀਆਂ ਨੇ। ਸੋ ਜਦੋਂ ਰਿਕੁਆਇਰਮੈਂਟ ਹੁੰਦੀ ਆ ਉਦੋਂ ਹੀ ਜੌਬਸ ਆਉਂਦੀਆਂ ਨੇ। ਜਿਵੇਂ ਹੁਣ ਲੋਕਡਾਊਨ ਹੋ ਗਿਆ, ਸੋ 에ਅਰਲਾਈਨਸ ਨੂੰ ਕਾਫੀ ਜ਼ਿਆਦਾ ਲੌਸਿਸ 'ਚ ਚਲੇ ਗਏ, ਹੈ ਨਾ। ਜੋ ਫਲਾਈਟਸ ਅਗਰ ਕੋਈ ਕੰਪਨੀ 1000 ਫਲਾਈਟਸ ਆਪਰੇਟ ਕਰਦੀ ਸੀ ਉਹ ਵੀ ਹਾਫ ਦੇ ਵਿੱਚ ਆ ਗਈ। ਚਲੋ ਹੁਣ ਥੋੜ੍ਹਾ ਹੋਰ ਪਿਕਅਪ ਹੋ ਰਿਹਾ ਹੈਗਾ, ਬਟ ਸਟਿਲ ਇੰਨਾ ਪਿਕਅਪ ਨਹੀਂ ਹੋਇਆ ਕਿ ਲਾਈਕ ਪ੍ਰੀ ਕੋਵਿਡ ਲੈਵਲ ਦੇ ਵਿੱਚ ਨਹੀਂ ਪਹੁੰਚਿਆ। ਸੋ ਉਸ ਕਰਕੇ ਵੀ ਜਿਹੜੀ ਹੁਣ ਇਸ ਟਾਈਮ ਦੇ ਵਿੱਚ ਆਪਾਂ ਕਹਿ ਦਈਏ ਜੌਬਸ ਵਗੈਰਾ ਹਜੇ ਨਹੀਂ ਹੈਗੀਆਂ, ਬਟ ਆਈ ਥਿੰਕ ਇਨ ਫਿਊਚਰ ਦੇ ਵਿੱਚ ਮੈਨੂੰ ਲੱਗਦਾ ਕਿ ਕਾਫੀ ਵੈਕੈਂਸੀਜ਼ ਆਊਗੀ। ਮੈਨੂੰ ਲੱਗਦਾ ਕਿ ਹੁਣ ਤਾਂ ਕਨੈਕਟੀਵਿਟੀ ਮੈਨੂੰ ਲੱਗਦਾ ਅੱਗੇ ਨਾਲ ਜ਼ਿਆਦਾ ਵਧੂਗੀ। ਜਿਵੇਂ ਹੁਣ ਮੈਨੂੰ ਥੋੜ੍ਹਾ ਲਾਈਕ ਬਠਿੰਡੇ 'ਚ ਪਹਿਲਾਂ ATR ਏਅਰਕ੍ਰਾਫਟ ਆਪਰੇਟ ਕਰਦਾ ਸੀਗਾ, ਹੁਣ ਉਹ ਬੰਦ ਹੋ ਗਿਆ, ਬਟ ਲਾਈਕ ਜਦੋਂ ਮੈਂ ਉੱਥੇ ਫਲਾਈਟ ਲੈਂਦੀ ਸੀ ਬਠਿੰਡੇ ਤੋਂ ਦਿੱਲੀ ਦੀ ਫਲਾਈਟ, ਬਹੁਤ ਲੋਕ ਟਰੈਵਲ ਵੀ ਕਰਦੇ ਸੀਗੇ, ਹੈ ਨਾ। ਸੋ ਹੁਣ ਲੋਕ ਐਕਚੁਅਲੀ ਅਵੇਅਰਨੈਸ ਜ਼ਿਆਦਾ ਹੋ ਗਿਆ, ਲਾਈਕ ਨੈੱਟ ਵਗੈਰਾ ਆਪਾਂ ਕਹਿ ਦਈਏ, ਹੈ ਨਾ, ਵੀ ਲੋਕ ਸਾਰੇ ਹੁਣ ਅਵੇਅਰ ਕਾਫੀ ਹੈਗੇ ਆ, ਲੋਕ ਟਰੈਵਲ ਕਰਨਾ ਚਾਹੁੰਦੇ ਆ। ਸੋ ਮੈਨੂੰ ਲੱਗਦਾ ਫਿਊਚਰ ਤਾਂ ਇਹਦਾ ਬ੍ਰਾਈਟ ਹੈਗੇ ਆ, ਬਟ ਕਦੋਂ ਆ ਕਿੰਨੇ ਸਾਲ ਨਾਲ ਇਹਦਾ ਕਹਿਣਾ ਮਤਲਬ ਮੈਨੂੰ ਇੰਨੀ ਨੌਲੇਜ ਨਹੀਂ ਹੈਗੀ। ਸੋ ਮੈਂ ਇਸ ਚੀਜ਼ ਬਾਰੇ ਕੋਈ ਟਿੱਪਣੀ ਨਹੀਂ ਕਰ ਸਕਦੀ। ਸੋ ਲਾਈਕ ਅਨਪ੍ਰੈਡਿਕਟੇਬਲ ਦਾ ਪ੍ਰੋਫੈਸ਼ਨ ਹੈਗੇ ਆ। ਅੱਛਾ, ਜਦੋਂ ਤੁਹਾਨੂੰ ਹੁਣ ਤੁਸੀਂ ਜੌਬ ਤੁਹਾਨੂੰ ਮਿਲ ਗਈ ਹੈ ਤਾਂ ਮਤਲਬ ਮਿਨੀਮਮ ਪੈਕੇਜ ਜਿਹੜਾ ਹੈਗਾ ਉਹ ਕਿੰਨੇ ਤੋਂ ਸ਼ੁਰੂ ਹੁੰਦਾ ਹੈਗਾ? ਇਹ ਕੰਪਨੀ ਟੂ ਕੰਪਨੀ ਆ, ਸੋ ਇਹ ਵੇਰੀ ਕਰਦਾ ਰਹਿੰਦਾ ਹੈਗਾ। ਸੋ ਲਾਈਕ ਇਹਦੀ ਸੈਲਰੀ ਤਾਂ ਓਬਵੀਅਸਲੀ ਗੁੱਡ ਹੈ ਹੀ ਹੈ ਇਸ ਪ੍ਰੋਫੈਸ਼ਨ ਦੇ ਵਿੱਚ, ਬਟ ਉਹ ਸੈਲਰੀ ਸਿਰਫ ਉਹ ਸੈਲਰੀ ਨਹੀਂ ਦੇਖ ਸਕਦੇ ਨਾ, ਕਿਉਂਕਿ ਇਸ ਐਕਸਪੈਂਸਿਵ ਕਾਫੀ ਹੈਗਾ ਗਾ। ਤੁਸੀਂ ਕਿੰਨਾ ਜ਼ਿਆਦਾ ਇਨਵੈਸਟ ਕਰਦੇ ਹੋ ਤਾਂ ਓਬਵੀਅਸਲੀ ਤੁਸੀਂ ਫਿਰ ਉਹਦੀ ਡਿਮਾਂਡ ਵੀ ਰੱਖਦੇ ਹੋ ਨਾ ਵੀ ਕਿ ਇੰਨੀ ਕੁ ਹੋਵੇ। ਕੋਵਿਡ ਕਰਕੇ ਥੋੜ੍ਹੀ ਜਿਹੀ ਸੈਲਰੀਜ਼ ਹਰ ਇੱਕ ਕੰਪਨੀ ਨੇ ਕੱਟ ਕੀਤੀ ਹੋਈ ਹੈ। ਹਾਂ, ਫਲਕਚੁਏਸ਼ਨ ਹੁੰਦੀ ਰਹਿੰਦੀ ਹੈ ਸੈਲਰੀਜ਼ 'ਤੇ। ਸੋ ਬਟ ਮਤਲਬ ਸੈਲਰੀਜ਼ ਲਾਈਕ ਸੈਲਰੀ ਵਾਈਜ਼ ਇਜ਼ ਗੁੱਡ। ਅੱਛਾ, ਕਦੇ ਕੋਈ ਮਤਲਬ ਕਿਤੇ ਕੋਈ ਮੋਰਲ ਡਾਊਨ ਨਹੀਂ ਹੋਇਆ ਕਦੇ, ਜਾਂ ਕਦੇ ਬ੍ਰੇਕ ਡਾਊਨ ਨਹੀਂ ਹੋਇਆ ਵਾਈਲ ਡੂਇੰਗ ਦਿਸ ਕੋਰਸ, ਜਦੋਂ ਤੁਹਾਡਾ ਸਾਰਾ ਇਹ ਚੱਲ ਰਿਹਾ ਸੀਗਾ? ਕਿਤੇ ਇਸ ਤਰ੍ਹਾਂ ਨਹੀਂ ਹੋਇਆ ਵੀ ਹੋ ਨਹੀਂ ਰਿਹਾ ਮੇਰੇ ਤੋਂ, ਜਾਂ ਤੁਹਾਨੂੰ ਕਿਤੇ ਟਫ ਲੱਗ ਰਿਹਾ? ਕਿਉਂਕਿ ਕੋਈ ਵੀ ਪ੍ਰੋਫੈਸ਼ਨ ਹੈ, ਚੈਲੰਜਿੰਗ ਤਾਂ ਹਰੇਕ ਹੀ ਕੰਮ ਹੈ। ਦੇਖੋ, ਅਪਸ ਐਂਡ ਡਾਊਨਸ ਹਰ ਇੱਕ ਪ੍ਰੋਫੈਸ਼ਨ ਦੇ ਵਿੱਚ ਆਉਂਦੇ ਆ, ਬਟ ਅਗਰ ਤੁਸੀਂ ਆਪਦੇ ਆਪ ਨੂੰ ਲਾਈਕ ਮੋਟੀਵੇਟ ਕਰਕੇ ਰੱਖਦੇ ਹੋ ਨਾ, ਫੋਕਸਡ ਰੱਖਦੇ ਹੋ, ਤਾਂ ਤੁਸੀਂ ਅਚੀਵ ਕਰ ਪਾਉਂਦੇ ਹੋ। ਇਸ ਲਈ ਕਹਿੰਦੇ ਨੇ ਕੋਈ ਲਿਮਿਟਡ ਲੋਕ ਹੀ ਅਚੀਵ ਕਰ ਪਾਉਂਦੇ ਹੋ। ਔਰ ਰੀਜ਼ਨ ਇਹ ਹੈ ਕਿ ਤੁਸੀਂ ਗਿਵਨ ਅਪ ਵਾਲਾ ਤੁਹਾਡਾ ਐਟੀਟਿਊਡ ਨਹੀਂ ਰਹਿੰਦਾ। ਠੀਕ ਹੈ, ਡੀਮੋਟੀਵੇਟ ਹੁੰਦੇ ਹੋ, ਇੱਕ ਦੋ ਦਿਨ ਲਈ ਹੋ ਗਏ, ਇੱਕ ਦੋ ਦਿਨ ਲਈ ਰੋ ਵੀ ਲਏ, ਹੈ ਨਾ, ਫਿਰ ਹੁੰਦਾ ਕਿ ਨਹੀਂ ਹੁਣ ਬਸ ਰੋ ਲਿਆ, ਬਹੁਤ ਹੋ ਗਿਆ, ਹੁਣ ਕਰਨਾ ਹੈਗਾ। ਓਬਵੀਅਸਲੀ ਅਪ ਡਾਊਨਸ ਤਾਂ ਹਰ ਇੱਕ ਪ੍ਰੋਫੈਸ਼ਨ ਦੇ ਵਿੱਚ ਤੁਸੀਂ ਐਕਸਪੀਰੀਅੰਸ ਕਰਦੇ ਹੋ, ਬਟ ਉਸ ਨੂੰ ਤੁਸੀਂ ਗਿਵ ਅਪ ਦਾ ਐਟੀਟਿਊਡ ਨਹੀਂ ਹੋਣਾ ਚਾਹੀਦਾ। ਮਤਲਬ ਮੇ ਬੀ ਟਾਈਮ ਬੁਰਾ ਚੱਲ ਰਿਹਾ, ਸਦਾ ਲਈ ਬੁਰਾ ਨਹੀਂ ਚੱਲਦਾ, ਹਰ ਇੱਕ ਚੀਜ਼ ਚੇਂਜ ਹੋ ਜਾਂਦੀ ਆ। ਸੋ ਮੈਂ ਇਹ ਕਹੂੰਗੀ ਕਿ ਕੋਈ ਵੀ ਬੰਦਾ ਕਿਸੇ ਵੀ ਪ੍ਰੋਫੈਸ਼ਨ ਦੇ ਵਿੱਚ ਗਿਵਨ ਅਪ ਵਾਲਾ ਐਟੀਟਿਊਡ ਨਾ ਹੋਣਾ ਨਹੀਂ ਚਾਹੀਦਾ। ਇੱਕ ਨਾ ਇੱਕ ਦਿਨ ਹਰ ਇੱਕ ਚੀਜ਼ ਜੋ ਵੀ ਤੁਸੀਂ ਚਾਹੁੰਦੇ ਹੋ ਤੁਸੀਂ ਉਹ ਅਚੀਵ ਕਰ ਸਕਦੇ ਹੋ। ਜਿਸ ਤਰ੍ਹਾਂ ਆਪਣੇ ਪੰਜਾਬ ਦੇ ਵਿੱਚੋਂ ਕਿੰਨਾ ਜਿਹੜਾ ਯੂਥ ਹੈ ਉਹ ਬਾਹਰ ਨੂੰ ਰੁਕ ਕਰ ਰਿਹਾ, ਵਿਦੇਸ਼ਾਂ ਵੱਲ ਜਾ ਰਿਹਾ, ਲੜਕੀਆਂ ਵੀ ਵੱਡੀ ਗਿਣਤੀ ਦੇ ਵਿੱਚ ਜਾ ਰਹੀਆਂ। ਮੈਕਸਿਮਮ ਜਿਹਨੂੰ ਅਸੀਂ ਕਹਿੰਦੇ ਵੀ ਪੰਜਾਬ ਦੀ ਜਿਹੜੀ ਕਰੀਮ ਆ ਉਹ ਤਾਂ ਬਾਹਰ ਚਲੀ ਗਈ ਆ, ਔਰ ਬਹੁਤ ਘੱਟ ਜਿਹੜੇ ਨੇ ਹੁਣ ਯੂਥ ਜਿਹੜਾ ਪੰਜਾਬ ਦੇ ਵਿੱਚ ਰਹਿਣਾ ਚਾਹੁੰਦਾ ਹੈ। ਉਹਦੇ ਕਾਰਨ ਕਈ ਨੇ, ਸਭ ਤੋਂ ਵੱਡੀ ਤਾਂ ਅਨਇੰਪਲੋਇਮੈਂਟ ਹੀ ਹੈ। ਤੁਸੀਂ ਜੋ ਹੋ ਤੁਸੀਂ ਅਫੋਰਡ ਕਰ ਸਕਦੇ ਸੀ ਇਹ ਜਿਹੜਾ ਕੋਰਸ ਸੀਗਾ, ਤਾਂ ਤੁਸੀਂ ਇਹਦੇ ਵਿੱਚ ਚਲੇ ਗਏ। ਕਦੇ ਇਹ ਨਹੀਂ ਸੋਚਿਆ ਤੁਸੀਂ ਵੀ ਮੈਂ ਬਾਹਰ ਜਾ ਕੇ ਜਿਹੜਾ ਹੈਗਾ ਆਪਣਾ ਫਿਊਚਰ ਵਧੀਆ ਬਣਾਵਾਂ, ਫੋਰਨ ਕੰਟਰੀ ਜਾਵਾਂ? ਕਿਉਂਕਿ ਜੇ ਤੁਸੀਂ ਕਰੋੜ ਰੁਪਇਆ ਇੱਥੇ ਲਾ ਸਕਦੇ ਤਾਂ ਬਾਹਰ ਵਾਸਤੇ ਵੀ ਲਾ ਸਕਦੇ ਸੀ। ਦੇਖੋ, ਹਾਂ, ਕਿਉਂਕਿ ਆਈ ਥਿੰਕ ਹਰ ਇੱਕ ਦੀ ਥੋਟਸ ਪ੍ਰੋਸੈਸ ਡਿਫਰੈਂਟ ਹੁੰਦਾ ਹੈ ਨਾ। ਮੇਰਾ ਥੋੜ੍ਹਾ ਜਿਹਾ ਥੋਟ ਇੱਦਾਂ ਦਾ ਰਿਹਾ ਕਿ ਦੇਖੋ ਨਾ ਵੀ ਕਿੰਨੇ ਲੋਕ ਸ਼ਹੀਦ ਹੋਏ ਨੇ ਦੇਸ਼ ਆਜ਼ਾਦ ਕਰਵਾਉਣ ਲਈ, ਹੈ ਨਾ, ਆਪਾਂ ਆਪਣੇ ਫਰੀਡਮ ਲਈ ਆ। ਸੋ ਮੈਂ ਉਸ ਫਰੀਡਮ ਨੂੰ ਇੱਦਾਂ ਵਿਅਸਤ ਨਹੀਂ ਦੇਣਾ ਚਾਹੁੰਦੀ, ਹੈ ਨਾ, ਜੋ ਲਾਈਕ ਫਰੀਡਮ ਮਿਲੀ ਆ। ਸੋ ਮੈਂ ਉਹ ਕੰਮ ਕਿਉਂ ਕਰਾਂ ਕਿ ਜਿਹੜਾ ਬਾਹਰ ਜਾ ਕੇ, ਰਾਈਟ। ਸੋ ਇੱਕ ਹੁੰਦਾ ਹੈ ਕਿ ਜ਼ਰੂਰੀ ਨਹੀਂ, ਚਲੋ ਅਨਇੰਪਲੋਇਮੈਂਟ ਹੈਗੀ ਆ, ਬਟ ਤੁਸੀਂ ਕੁਛ ਕਰਨਾ ਚਾਹੁੰਦੇ ਹੋ, ਬਹੁਤ ਸਾਰੇ ਦੇਖੋ ਆਪਾਂ ਬਹੁਤ ਸਾਰੇ ਕੰਮ ਕਰ ਸਕਦੇ ਹਾਂ ਨਾ। ਤੁਸੀਂ ਕੋਈ ਨਾ ਕੁਛ ਇੱਥੇ ਵੀ ਇੰਡੀਆ 'ਚ ਰਹਿ ਕੇ ਕਰ ਸਕਦੇ ਹੋਗੇ। ਜ਼ਰੂਰੀ ਨਹੀਂ ਆਪਾਂ ਗੌਰਮੈਂਟ ਜੋਬ ਦੇ ਉੱਪਰ ਹੀ ਡਿਪੈਂਡ ਰਹੀਏ। ਤੁਸੀਂ ਕੋਈ ਆਪਣਾ ਬਿਜ਼ਨਸ ਦੇਖ ਸਕਦੇ ਹੋ, ਕੋਈ ਅਫੋਰਡ ਨਹੀਂ ਕਰ ਸਕਦੇ। ਅਗਰ ਤੁਸੀਂ ਕੁਛ ਕਰਨਾ ਚਾਹੁੰਦੇ ਹੋ, ਤੁਹਾਡੀ ਕਰਨ ਚਾਹੁਣ ਦੀ ਇੱਛਾ ਹੈਗੀ ਆ, ਤਾਂ ਕੀ ਨਹੀਂ ਹੋ ਸਕਦਾ। ਜੋ ਤੁਹਾਨੂੰ ਹੁਣ ਲਾਇਸੈਂਸ ਇਸ਼ੂ ਹੋਇਆ ਹੈਗਾ ਉਹ ਤੁਹਾਨੂੰ ਡੋਮੈਸਟਿਕ ਫਲਾਈਟਸ ਲਈ ਹੋਇਆ ਜਾਂ ਇੰਟਰਨੈਸ਼ਨਲੀ ਵੀ ਤੁਸੀਂ ਫਲਾਈਂਗ ਕਰ ਸਕਦੇ? ਨਹੀਂ, ਜੋ ਲਾਇਸੈਂਸ ਦੇ ਬੇਸਿਸ 'ਤੇ ਦੇਖੋ, ਲਾਇਸੈਂਸ ਜਿਹੜਾ ਹੁੰਦਾ ਉਹਦੇ ਵਿੱਚ ਜਸਟ ਰੇਟਿੰਗ ਹੁੰਦੀ ਹੈ, ਤੁਸੀਂ ਕਿਹੜਾ ਏਅਰਕ੍ਰਾਫਟ ਫਲਾਈ ਕਰ ਸਕਦੇ ਹੋ।
ਉਹਦਾ ਬਾਹਰ ਲਾਈਕ ਅਪ ਐਂਡ ਡਾਊਨ ਉਹ ਰਿਲੇਟਡ ਹੁੰਦਾ ਕੰਪਨੀ। ਤੁਹਾਡੀ ਕੰਪਨੀ ਅਗਰ ਫੋਰਨ 'ਚ ਲਾਈਕ ਫੋਰਨ ਕੰਟਰੀਜ਼ ਕਰ ਰਹੀ ਆ ਤਾਂ ਤੁਸੀਂ ਵੀ ਕਰੋਗੇ। ਸੋ ਉਹ ਚੀਜ਼ ਹੁੰਦੀ ਆ। ਸੋ ਲਾਇਸੈਂਸ ਦੇ ਵਿੱਚ ਨਹੀਂ ਇਹ ਚੀਜ਼ ਕਵਰ ਅਪ ਹੁੰਦੀ। ਤਾਂ ਕਦੇ ਫਿਰ ਮਤਲਬ ਚਾਹੋਗੇ ਵੀ ਬਾਹਰ ਜਾ ਕੇ ਤੁਸੀਂ ਜਿਹੜਾ ਹੈ ਫਲਾਈਂਗ ਕਰੋ, ਜਾਂ ਫਿਰ ਇਹੀ ਟੀਚਾ ਵੀ ਇੰਡੀਆ ਦੇ ਵਿੱਚ ਹੀ ਰਹਿਣਾ ਹੈ? ਨਹੀਂ ਲਾਈਕ ਦੇਖੋ ਜਿਵੇਂ ਹੋ ਗਿਆ 에ਅਰ ਏਸ਼ੀਆ ਇੰਡੀਆ ਦੇ ਵਿੱਚ ਆ ਮੈਂ। ਸੋ ਇਹ ਹਜੇ ਫਿਲਹਾਲ ਡੋਮੈਸਟਿਕ ਹੀ ਆਪਰੇਟ ਕਰ ਰਹੀ ਹੈ। ਤੇ ਇਨ ਫਿਊਚਰ ਅਗਰ ਓਬਵੀਅਸਲੀ ਅਗਰ ਅਬਰੋਡ ਸਟਾਰਟ ਕਰੂਗੀ ਤਾਂ ਇਹਦੇ ਵਿੱਚ ਐਕਸਕਿਊਜ਼ ਨਹੀਂ ਹੁੰਦਾ ਕਿ ਨਹੀਂ ਮੈਂ ਹੁਣ ਸਿਰਫ ਡੋਮੈਸਟਿਕ ਫਲਾਈ ਕਰਨਾ। ਉਹ ਕੰਪਨੀ ਤੇ ਉੱਪਰ ਹੁੰਦਾ ਕਿ ਅਗਰ ਤੁਹਾਨੂੰ ਉਹ ਓਬਵੀਅਸਲੀ ਅਗਰ ਅਬਰੋਡ ਭੇਜ ਰਹੀ ਹੈ ਤਾਂ ਤੁਹਾਨੂੰ ਓਬਵੀਅਸਲੀ ਉਹ ਜਾਣਾ ਪਊਗਾ। ਸੋ ਮੈਨੂੰ ਕੋਈ ਇਸ਼ੂ ਨਹੀਂ, ਮੈਨੂੰ ਜਸਟ ਫਲਾਈਂਗ ਨਾਲ ਹੈ ਕਿ ਮੈਂ ਜਸਟ ਫਲਾਈ ਕਰਨਾ ਹੈ। ਸੋ ਮੈਨੂੰ ਮੈਟਰ ਨਹੀਂ ਕਰਦਾ ਡੋਮੈਸਟਿਕ ਆ ਜਾਂ ਅਬਰੋਡ ਹੈ। ਥੈਂਕ ਯੂ ਸੋ ਮਚ ਜੀ, ਇਸ ਗੱਲਬਾਤ ਕਰਨ ਦੇ ਲਈ। ਆਲ ਦਾ ਵੈਰੀ ਬੈਸਟ ਲਵਪ੍ਰੀਤ। ਸੋ ਸਾਡੇ ਨਾਲ ਇਹ ਲਵਪ੍ਰੀਤ ਤੇ ਉਹਨਾਂ ਦਾ ਪੂਰਾ ਪਰਿਵਾਰ ਸੀਗਾ, ਔਰ ਲਵਪ੍ਰੀਤ ਉਹ ਲੜਕੀ ਹੈ ਜਿਨ੍ਹਾਂ ਨੇ ਪੂਰੇ ਪੰਜਾਬ ਦੇ ਵਿੱਚ, ਪੂਰੇ ਦੇਸ਼ ਦੇ ਵਿੱਚ ਨਾਮ ਵਧਾਇਆ ਹੈ, ਪੰਜਾਬ ਦਾ ਨਾਮ ਰੌਸ਼ਨ ਕੀਤਾ, ਆਪਣੇ ਵੀ ਪਰਿਵਾਰ ਦਾ ਰੌਸ਼ਨ ਕੀਤਾ ਹੈ ਨਾਮ। ਔਰ ਇੱਕ ਅਜਿਹੇ ਪਰਿਵਾਰ ਤੋਂ ਉੱਠੇ ਨੇ ਜਿੱਥੇ ਕਿ ਦੂਰ ਦਰਾਡੇ ਤੱਕ ਵੀ ਕੋਈ ਪਾਇਲਟ ਨਹੀਂ ਸੀ, ਪਰ ਫਿਰ ਵੀ ਇਹਨਾਂ ਦਾ ਟੀਚਾ ਸੀਗਾ ਕਿ ਮੈਂ ਪਾਇਲਟ ਬਣਨਾ। ਔਰ ਬੜੇ ਬਚਪਨ ਦੇ ਵਿੱਚ, ਬੜੇ ਹੀ ਜਦੋਂ ਇਹ ਛੋਟੇ ਹੁੰਦੇ ਸੀ ਉਦੋਂ ਇਹਨਾਂ ਨੇ ਸੁਪਨਾ ਵੇਖਿਆ ਸੀ, ਔਰ ਅਲਟੀਮੇਟਲੀ ਉਸ ਨੂੰ ਪੂਰਾ ਵੀ ਕੀਤਾ ਸਖਤ ਮਿਹਨਤ ਸਦਕਾ। ਪਿੰਡ ਸੇਵੀਆਂ ਤੋਂ ਰੋਜ਼ਾਨਾ ਸਪੋਕਸਮੈਨ ਟੀਵੀ ਦੇ ਲਈ ਆਕਾਂक्षा ਸਕਸੈਨਾ।